ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਮਹਿਲਾ ਪਹਿਲਾ। ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੇ ਹਛਾਤ ਹੋਏ। ਸੱਚ ਤਾਂ ਪਰ ਜਾਣੀਐ ਜਾਂ ਸੱਚ ਤਰੇ ਪਿਆਰ, ਨਾਉ ਸੁਣ ਮਨ ਰਹਿਸੀਐ ਤਾਂ ਪਾਏ ਮੁਖ ਦੁਆਰ। ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਓ, ਤਰਤ ਕਾਇਆ ਸਾਧ ਕੈ ਵਿੱਚ ਦੇ ਕਰਤਾ ਬੀਓ। ਸੱਚ ਤਾਂ ਪਰ ਜਾਣੀਐ ਜਾਂ ਸਿੱਖ ਸੱਚੀ ਲੇ, ਦਇਆ ਜਾਣੈ ਜੀ ਕੀ ਕਿਛ ਪੁੰਨ ਦਾਨ ਕਰੇ। ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ। ਸਤਿਗੁਰੂ ਨੋ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ, ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੇ ਹੋਏ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ, ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੇ ਹੋਏ। ਸੋ ਆਪਾਂ ਬੜੇ ਪਿਆਰ ਅਤੇ ਟਿਕਾ ਦੇ ਨਾਲ ਬੈਠ ਕੇ ਆਸਾ ਕੀ ਵਾਰ ਜੀ ਦੀ 10ਵੀਂ ਪੌੜੀ ਦੇ ਨਾਲ ਸੰਬੰਧ ਰੱਖਣ ਵਾਲੇ ਦੂਸਰੇ ਸ਼ਲੋਕ ਦਾ ਪਾਠ ਸਰਵਣ ਕੀਤਾ ਹੈ। We have just listened to the part of the second ਸ਼ਲੋਕ which is connected to the 10th ਪੌੜੀ of ਆਸਾ ਕੀ ਵਾਰ। ਜਿਵੇਂ ਹਰੇਕ ਵੀਡੀਓ ਵਿੱਚ ਅਕਸਰ ਬੇਨਤੀ ਕਰੀਦੀ ਹੈ ਕਿ ਇਹਨਾਂ ਵੀਡੀਓਆਂ ਦਾ ਮਕਸਦ ਇਹੀ ਹੈ ਕਿ ਗੁਰਬਾਣੀ ਪੜ੍ਹ ਕੇ, ਗੁਰਬਾਣੀ ਦੀ ਵਿਚਾਰ ਸੁਣ ਕੇ ਆਪਾਂ ਆਪੋ ਆਪਣਾ ਨਜ਼ਰੀਆ ਘੜਨਾ ਹੈ। The main purpose of these videos is to read Gurbani, listen to the vichar of Gurbani and construct our own opinion with what we think Guru Pasha is trying to explain to us. ਤਾਂ ਇਸ ਸ਼ਲੋਕ ਦੇ ਵਿੱਚ ਪਾਤਸ਼ਾਹ ਸਾਨੂੰ ਸਮਝਾਉਣਾ ਚਾਹੁੰਦੇ ਹਨ। ਸ਼ੁਰੂਆਤ ਹੁੰਦੀ ਹੈ ਸ਼ਲੋਕ ਦੀ, ਗੁਰੂ ਸਾਹਿਬ ਜੀ ਕਹਿੰਦੇ ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੈ ਹੱਛਾ ਧੋਏ। Right? If your body becomes dirty, to clean it, what must you do? You must wash it with water. ਜੇ ਤੁਹਾਡਾ ਤਨ ਇਦਾਂ ਮਲੀਨ ਹੋ ਜਾਵੇ, ਮੈਲ ਨਾਲ ਭਰਿਆ ਜਾਵੇ, ਤਾਂ ਤੁਹਾਨੂੰ ਕੀ ਕਰਨਾ ਪਵੇਗਾ? ਤਨ ਦੀ ਸਫਾਈ ਕਰਨ ਵਾਸਤੇ, ਸਰੀਰ ਧੋਣ ਵਾਸਤੇ ਕੀ ਕਰਨਾ ਪਵੇਗਾ? ਤੁਹਾਨੂੰ ਪਾਣੀ ਲਿਆਉਣਾ ਪਵੇਗਾ। ਪਾਣੀ ਦੇ ਨਾਲ ਤੁਸੀਂ ਆਪਣੇ ਸਰੀਰ ਨੂੰ ਧੋ ਸਕਦੇ ਹੋ। With water you can wash away the filth that is covering your body. ਪਰ ਜੇ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਨੇ ਵੀ ਸੱਚ ਤਾਂ ਜਾਣਿਆ ਜਾ ਸਕਦਾ ਹੈ ਜੇ ਅਗਿਆਨਤਾ ਨੂੰ ਤੁਸੀਂ ਗਿਆਨ ਦੇ ਨਾਲ ਧੋਵੋਗੇ। Guru Pasha gives that example, which just like water washes your body's filth away, wisdom washes away the filth of ignorance. ਤੇ ਗਿਆਨ ਤੱਕ, ਸੱਚ ਤੱਕ ਬੰਦਾ ਤਾਂ ਪਹੁੰਚ ਸਕਦਾ ਹੈ, ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ। And you can only reach that wisdom, you can only obtain that wisdom when you have set this goal in mind, when you have taken this initiative, I want to develop that wisdom, I want to connect myself to the truth. ਤੇ ਉਹੀ ਬੰਦਾ ਗਿਆਨ ਤੱਕ ਪਹੁੰਚ ਸਕਦਾ ਹੈ ਜਿਹਨੇ ਪਹਿਲਾ ਸਟੈਪ ਗਿਆਨ ਦੇ ਰਾਹ ਤੇ ਧਰਿਆ ਹੋਵੇ। ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ। ਤੇ ਪਾਤਸ਼ਾਹ ਕਹਿੰਦੇ ਨਾਉ ਸੁਣ ਮਨ ਰਹਿਸੀਏ ਤਾਂ ਪਾਏ ਮੁਖ ਦੁਆਰ। And then what happens when you obtain that truth? What happens when you obtain that wisdom? When you bring its teachings into your life, paye mokh dwar, you will reach that door of liberation. Not after death. You will become liberated from the vices. You will become liberated from that pujari structure that is trying to control your brains, that is trying to enslave your mentality. ਕਹਿੰਦੇ ਜਦੋਂ ਬੰਦਾ ਉਸ ਸੱਚ ਤੱਕ ਪਹੁੰਚ ਜਾਵੇ, ਜਦੋਂ ਬੰਦਾ ਉਸ ਗਿਆਨ ਦੇ ਨਾਲ ਆਪ ਦਾ ਨਾਤਾ ਜੋੜ ਲਵੇ, ਤਾਂ ਫਿਰ ਕੀ ਹੁੰਦਾ ਜੀ? ਨਾਉ ਸੁਣ ਮਨ ਰਹਿਸੀਏ। ਜਦੋਂ ਉਸ ਗਿਆਨ ਦੀ ਸਿੱਖਿਆ ਨੂੰ ਜ਼ਿੰਦਗੀ ਵਿੱਚ ਲਾਗੂ ਕਰਦਾ ਹੈ ਨਾ, ਤਾਂ ਫਿਰ ਕੀ ਹੁੰਦਾ ਜੀ? ਤਾਂ ਪਾਏ ਮੋਖ ਦੁਆਰ, ਮੁਕਤੀ ਦਾ ਦਰ ਲੱਭ ਜਾਂਦਾ ਹੈ। ਉਹ ਅਖੌਤੀ ਪੁਜਾਰੀ ਵਾਲੀ ਮੁਕਤੀ ਨਹੀਂ,
ਜੀਂਦੇ ਜੀ ਬੰਦਾ ਵਕਾਰਾਂ ਤੋਂ, ਬੰਦਾ ਪੁਜਾਰੀਵਾਦ ਤੋਂ ਇਦਾਂ ਐਨ ਮੁਕਤ ਹੋ ਕੇ ਐ ਸਿਰ ਉੱਚਾ ਕਰਕੇ ਫਿਰ ਜੀਂਦਾ ਫਿਰ। You begin living with confidence। ਐ ਸਵੈਮਾਨ ਭਰਦਾ ਬੰਦੇ ਦੇ ਅੰਦਰ ਵੀ ਕੋਈ ਗੱਲ ਨਹੀਂ, ਵੱਡੀ ਤੋਂ ਵੱਡੀ ਮੁਸ਼ਕਿਲ ਆ ਜਾਵੇ ਮੈਂ ਉਹਦਾ ਸਾਹਮਣਾ ਕਰ ਸਕਦਾ। ਨਾਉ ਸੁਣ ਮਨ ਰਹੱਸੀਏ ਤਾਂ ਸੱਚ ਧਰੇ ਪਿਆਰ, ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜਿਓ। And then when you become liberated from that pujari structure, when you become emancipated from those shackles of slavery, when you rid yourself of the five vices, then what happens? Sach ta par janiye jan jugat jane jiyo. You understand the essence of life. And what is that? It is to fulfill my responsibilities. ਜਦੋਂ ਬੰਦਾ ਐਨ ਵਕਾਰਾਂ ਤੋਂ ਮੁਕਤ ਹੋ ਜਾਵੇ, ਜਦੋਂ ਬੰਦਾ ਪੁਜਾਰੀ ਸੋਚ ਤੋਂ ਮੁਕਤ ਹੋ ਜਾਵੇ, ਜਦੋਂ ਬੰਦੇ ਦੇ ਮਨ ਤੋਂ ਇਹ ਡਰ ਚੱਲ ਜਾਵੇ ਵੀ ਯਾਰ ਕੋਈ ਰੱਬ ਮੈਨੂੰ ਦੇਖਦਾ, ਧਰਮਰਾਜ ਮੈਨੂੰ ਦੇਖਦਾ, ਸਜ਼ਾ ਮਿਲੇਗੀ, ਬ੍ਰਾਹਮਣ ਦੀ ਮੈਨੂੰ ਸੇਵਾ ਕਰਨੀ ਪਵੇਗੀ, ਪੁਜਾਰੀ ਦੀ ਮੈਨੂੰ ਸੇਵਾ ਕਰਨੀ ਪਵੇਗੀ, ਬਾਬਿਆਂ ਦੀ ਸੇਵਾ ਕਰਨੀ ਪਵੇਗੀ, ਪੈਰ ਘੁੱਟਣੇ ਪੈਣਗੇ, ਲੱਤਾਂ ਘੁੱਟਣੀਆਂ ਪੈਣਗੀਆਂ, ਮੱਥੇ ਟੇਕਣੇ ਪੈਣਗੇ। ਜਦੋਂ ਬੰਦਾ ਇਹਨਾਂ ਚੀਜ਼ਾਂ ਤੋਂ ਮੁਕਤ ਹੋ ਜਾਵੇ ਫਿਰ ਉਹ ਜ਼ਿੰਦਗੀ ਜਿਉਣ ਦੀ ਜੁਗਤੀ ਪਛਾਣ ਲੈਂਦਾ ਹੈ। ਤੇ ਉਹ ਜੁਗਤੀ ਕੀ ਹੈ? ਵੀ ਗੁਰ ਮਿਲ ਚੱਜ ਅਚਾਰ ਸਿੱਖ, ਗਿਆਨ ਨਾਲ ਜੁੜ ਕੇ ਜ਼ਿੰਦਗੀ ਆਪਦੀ ਸਵਾਰ ਲਾ ਯਾਰ, ਤੂੰ ਕਦੇ ਨਾ ਲੱਗੇ ਦੁੱਖ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜਿਓ। ਫਿਰ ਕੀ ਹੁੰਦਾ ਜੀ? ਧਰਤ ਕਾਇਆ ਸਾਧਕ ਵਿੱਚ ਦੇ ਕਰਤਾ ਬਿਓ। ਫਿਰ ਜਦੋਂ ਜੁਗਤੀ ਆ ਜਾਂਦੀ ਜ਼ਿੰਦਗੀ ਜੀਣ ਦੀ, ਫਿਰ ਬੰਦਾ ਆਪਣੇ ਅੰਦਰ ਉਸ ਗਿਆਨ ਦਾ ਬੀਜ ਲੈਂਦਾ ਹੈ ਤੇ ਲੋਕਾਂ ਨੂੰ ਵੀ ਗਿਆਨ ਵੰਡਦਾ ਹੈ। And then what happens? He understands the essence of life. And then what does he do? He plants that seed of wisdom within him and he gives that wisdom out to people. He sees people in need. He sees people struggling. He sees people living in that mental slavery. And what does he do? He tries to bring them out of it. ਧਰਤ ਕਾਇਆ ਸਾਧਕੇ ਵਿੱਚ ਦੇ ਕਰਤਾ ਬਿਓ। ਤੇ ਜਦੋਂ ਗਿਆਨ ਦਾ ਬੀਜ ਬੀਜਿਆ ਜਾਵੇ ਤੁਹਾਡੇ ਅੰਦਰ, ਧਰਤ ਕਾਇਆ ਸਾਧਕੇ ਵਿੱਚ ਦੇ ਕਰਤਾ ਬਿਓ, when that seed of wisdom is planted within you, ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ। And then what will happen? You will always have a yearning for true wisdom. If someone speaks falsehood, if someone tries to promote falsehood in front of you, if someone tries to dasna gappa in front of you, what will you do? You will laugh at them. Be like, yaar, I know the asliyat, I know the reality. Why are you trying to sell me this ਝੂਠ? ਫਿਰ ਕੀ ਹੁੰਦਾ ਜੀ? ਸੱਚ ਤਾਂ ਪਰ ਜਾਣੀਏ। ਉਹਦੇ ਅੰਦਰ ਇਦਾਂ ਤਾਂਗ ਛਿੜ ਜਾਂਦੀ ਹੈ ਫਿਰ ਵੀ ਨਹੀਂ ਯਾਰ, ਮੈਨੂੰ ਅਸਲੀਅਤ ਪਤਾ ਲੱਗ ਗਈ, ਮੈਂ ਸੱਚ ਹੀ ਸਰਵਣ ਕਰਨਾ ਚਾਹੁੰਦਾ ਹਾਂ। ਜੇ ਕੋਈ ਇਦਾਂ ਬੰਦਾ ਗੱਪਾਂ ਸੁਣਾਵੇ ਉਹਦੇ ਕੋਲ ਬੈਠ ਕੇ, ਫਿਰ ਅਸੀਂ ਹੱਸਦੇ ਨਹੀਂ ਹੁਣ ਵੀ ਸੱਚ ਪਤਾ ਲੱਗ ਗਿਆ। ਇਹਨਾਂ ਦੀਆਂ ਗੱਪਾਂ ਸੁਣ ਕੇ, ਬਾਬਿਆਂ ਦੀਆਂ ਗੱਪਾਂ ਸੁਣ ਕੇ ਸਾਨੂੰ ਇਦਾਂ ਹਾਸਾ ਨਹੀਂ ਆਉਂਦਾ, ਕਿਉਂਕਿ ਹੁਣ ਅਸਲੀਅਤ ਪਤਾ ਲੱਗ ਗਈ, ਹੁਣ ਸੱਚ ਹੀ ਸੁਣਨਾ ਚਾਹੁੰਦਾ। ਫਿਰ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ। ਫਿਰ ਕੀ ਹੁੰਦਾ ਜੀ? ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਫਿਰ ਇਦਾਂ ਗਿਆਨ ਵੰਡਦਾ ਹੈ। And then he will try to help people who are in need. ਫਿਰ ਕੀ ਹੁੰਦਾ ਜੀ? ਕਹਿੰਦੇ ਨੇ ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਵਾਂ। ਫਿਰ ਗਿਆਨ ਪਤਾ ਲੱਗ ਗਿਆ, he understands true wisdom. He realizes that he does not need to go to sarovars to obtain purity. He does not need to go to tirths to obtain purity. He does not need to go to a religious place to obtain purity. Why? Gurhen dikhayo lorna itte utte kat 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 tu hi mohna. Gyan has shown me, wisdom has shown me that the reality is that God is within each and every being. If I want to connect with God, I must fulfill my responsibilities. ਫਿਰ ਕੀ ਹੁੰਦਾ ਜੀ? ਫਿਰ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਨਾ ਤੀਰਥਾਂ ਤੇ ਜਾ ਕੇ ਮਨ ਦੀ ਸੁਚਮਤਾ ਪ੍ਰਾਪਤ ਹੁੰਦੀ ਹੈ, ਨਾ ਸਰੋਵਰਾਂ ਜਾ ਕੇ, ਨਾ ਧਾਰਮਿਕ ਸਥਾਨਾਂ ਤੇ ਜਾ ਕੇ। ਫਿਰ ਪਤਾ ਲੱਗ ਜਾਂਦਾ ਵੀ ਅੰਦਰ ਹੀ ਨਹਾਉਣਾ ਆ ਬੰਦੇ ਨੇ, ਅੰਦਰ ਇਸ਼ਨਾਨ ਕਰਨਾ ਹੈ ਗੁਣਾਂ ਦਾ, ਗਿਆਨ ਜ਼ਿੰਦਗੀ ਵਿੱਚ ਲਾਗੂ ਕਰਨਾ ਹੈ। ਫਿਰ ਬੰਦਾ ਐਨ ਹਿੱਕ ਠੋਕ ਕੇ ਫਿਰ ਕਹਿੰਦਾ ਯਾ ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ। एक दिवस मन भई उमंग, घस चंदन चुआ बहु सुगंध, पूजन चाली ब्रह्म ठाए। पर फिर की हुआ जी? ज्ञान ने समझाता सो ब्रह्म बतायो गुरमा नहीं माहे। सच तां पर जानिए जा आत्म तीर्थ करे निवास। सतगुरु नो पुछ के बह बह करे निवास। फिर ओदा ध्यान उस ज्ञान ते उत्ते टिकिया रहिंदा है। फिर वो एन ज्ञान दी सलाह लैके, ज्ञान दे आधार ते हरेक फैसला लवेगा। Then he will make every decision based off of wisdom. Make every decision based off of common sense.
ਸਤਿਗੁਰੂ ਨੂੰ ਪੁੱਛ ਕੇ ਬਹਿ ਬਹਿ ਕਰੇ ਨਿਵਾਸ। ਫਿਰ ਪਾਤਸ਼ਾਹ ਕਹਿੰਦੇ ਨੇ ਯਾਰ ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਧੋਏ। ਜਿਹੜਾ ਸੱਚ ਹੈ ਉਹ ਅਗਿਆਨਤਾ ਨੂੰ ਦੂਰ ਕਰ ਸਕਦਾ ਹੈ। The truth can wash away ignorance. Wisdom can wash away ignorance. ਪਰ ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ। ਉਹ ਦਾਰੂ ਤਾਂ ਲਾਗੂ ਹੋਵੇਗਾ। Wisdom can be only implemented then when someone takes that first step, when someone takes the initiative to say, no, yaar, I want to change my life. Bathera ho gaya. I spent my whole life living in ignorance. I want to bring wisdom into my life. Then Guru Pasha says, then what will happen? Sach sabna hoye daru, paap kadde toye. That ignorance will depart. ਕਹਿੰਦੇ ਉਹੀ ਬੰਦਾ ਉਸ दारू ਤੱਕ ਪਹੁੰਚ ਸਕਦਾ ਹੈ, ਉਸ ਦਵਾਈ ਤੱਕ ਪਹੁੰਚ ਸਕਦਾ ਹੈ, ਸੱਚ ਤੱਕ ਤਾਂ ਪਹੁੰਚਿਆ ਜਾ ਸਕਦਾ ਹੈ ਜੇ ਬੰਦਾ ਪਹਿਲਾ ਸਟੈਪ ਚੱਕੇ ਵੀ ਨਹੀਂ ਯਾਰ ਬਥੇਰੀ ਜ਼ਿੰਦਗੀ ਅਗਿਆਨਤਾ ਦੇ ਵਿੱਚ ਕੱਟ ਲਈ, ਮੈਂ ਗਿਆਨ ਜ਼ਿੰਦਗੀ ਵਿੱਚ ਲਾਗੂ ਕਰਨਾ ਚਾਹੁੰਦਾ। ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ। ਸੋ ਇਸ ਕਰਕੇ ਆਓ ਗੁਰਬਾਣੀ ਪੜ੍ਹ ਕੇ ਵਿਚਾਰ ਕੇ ਆਜ਼ਾਦੀ ਨਾਲ ਆਪਣੇ ਫੈਸਲੇ ਆਪ ਲਈਏ, ਜਿਵੇਂ ਕਿ ਸਾਡੇ ਪਾਤਸ਼ਾਹ ਨੇ ਲਏ ਸਨ। Let us read ਗੁਰਬਾਣੀ, let us understand ਗੁਰਬਾਣੀ, let us bring ਗੁਰਬਾਣੀ into our daily lives so that we may live life full of confidence, live life full of freedom like our Guru Pasha, like our forefathers lived before us। ਆਓ ਇਹ ਸਮਝਣ ਦੀ ਕੋਸ਼ਿਸ਼ ਕਰੀਏ ਵੀ ਅੱਜ ਦੀ ਡੇਟ ਵਿੱਚ ਮੇਰੀਆਂ ਜ਼ਿੰਮੇਵਾਰੀਆਂ ਕੀ ਹਨ, ਉਹਨਾਂ ਨੂੰ ਨਿਭਾ ਕੇ ਵਿਖਾਈਏ ਜਿਵੇਂ ਕਿ ਸਾਡੇ ਪਾਤਸ਼ਾਹ ਨੇ 500 ਸਾਲ ਪਹਿਲਾਂ 600 ਸਾਲ ਪਹਿਲਾਂ ਸਮਾਜ ਨੂੰ ਦੁਨੀਆ ਨੂੰ ਨਿਭਾ ਕੇ ਵਿਖਾਈਆਂ। ਅੱਜ ਲਈ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਦਿਓ ਇਜਾਜ਼ਤ, ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।